ਬਸਤੀਵਾਦੀ ਹਾਕਮ ਤੇ ਦਰਬਾਰ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 1849 ਈਸਵੀ ਵਿੱਚ ਅੰਗਰੇਜ਼ਾਂ ਦੇ ਹੱਥੋਂ ਸਿੱਖ ਫੌਜਾਂ ਦੇ ਹਾਰ ਖਾ ਜਾਣ ਨਾਲ ਪੰਜਾਬ ਦਾ ਰਾਜ ਭਾਗ ਭਲੇ ਹੀ ਖਾਲਸੇ ਦੇ ਹੱਥੋਂ ਖਿਸਕ ਗਿਆ ਸੀ, ਪਰ ਦਰਬਾਰ ਸਾਹਿਬ ਦੀ ਪ੍ਰਭੁਤਾ ਬਾਰੇ ਸਿੱਖ ਕੌਮ ਨੇ ਸਮਝੌਤਾ ਨਹੀਂ ਸੀ ਕੀਤਾ। ਅੰਗਰੇਜ਼ ਹਾਕਮਾਂ ਵੱਲੋਂ ਦਰਬਾਰ ਸਾਹਿਬ ਦੀ ਪ੍ਰਭੁਤਾ ਤੇ ਮਾਣ ਮਰਜ਼ਾਦਾ ਨੂੰ ਠੇਸ ਪਹੁੰਚਾਉਣ ਦੀ ਜਾਣੇ ਜਾਂ ਅਣਜਾਣੇ ਵਿੱਚ ਹੋਈ ਹਰ ਕੋਸ਼ਿਸ਼ ਦਾ ਸਿੱਖ ਪੰਥ ਅੰਦਰੋਂ ਤੁਰੰਤ ਤੇ ਤੀਬਰ ਵਿਰੋਧ ਹੋਇਆ। 1848 ਈਸਵੀ ਵਿੱਚ ਜਦ ਈਸਟ ਇੰਡੀਆ ਕੰਪਨੀ ਦੇ ਕੁਝ ਗੋਰੇ ਸਿਪਾਹੀਆਂ ਨੇ ਸ਼ਾਇਦ ਕੁਝ ਅਣਜਾਣਪੁਣੇ ਚੋਂ ਅਤੇ ਕੁਝ ਨਸਲੀ ਤੇ ਬਸਤੀਆਨਾ ਹੈਂਕੜ ਚੋਂ ਵੀ ਬੂਟਾਂ ਸਮੇਤ ਹੀ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਦਾਖਲ ਹੋਣ ਦੀ ਅੜੀ ਕੀਤੀ, ਤਾਂ ਮੌਕੇ ਤੇ ਮੌਜੂਦ ਨਿਹੰਗ ਸਿੰਘਾਂ ਕੋਲੋਂ ਆਪਣੇ ਗੁਰੂ ਦੇ ਘਰ ਦੀ ਇਹ ਬੇਅਦਬੀ ਬਰਦਾਸ਼ਤ ਨਾ ਹੋਈ। ਸਿੰਘਾਂ ਦੇ ਵਿਰੋਧ ਕਰਨ ਤੇ ਜਦ ਗੋਰੇ ਸਿਪਾਹੀਆਂ ਨੇ, ਜੋ ਕਿ ਹਥਿਆਰਬੰਦ ਸਨ, ਸਿੰਘਾਂ ਉੱਤੇ ਭਾਰੀ ਪੈਣ ਦੀ ਕੋਸ਼ਿਸ਼ ਕੀਤੀ, ਤਾਂ ਰੋਹ 'ਚ ਆਏ ਨਿਹੰਗ ਸਿੰਘਾਂ ਨੇ ਇੱਕ ਗੋਰੇ ਅਫਸਰ ਸੂਬੇਦਾਰ ਨੂੰ ਥਾਂ ਹੀ ਝਟਕਾ ਦਿੱਤਾ ਅਤੇ ਇੱਕ ਹੋਰ ਅਫਸਰ ਸਮੇਤ ਕਈਆਂ ਨੂੰ ਬੁਰੀ ਤਰ੍ਹਾਂ ਫੱਟੜ ਕਰ ਦਿੱਤਾ ਸੀ। ਇਹ ਭਾਣਾ ਵਰਤਾ ਕੇ ਨਿਹੰਗ ਸਿੰਘ ਆਪਣੇ ਜਥੇਦਾਰ ਅਕਾਲੀ ਗੰਗਾ ਸਿੰਘ ਦੀ ਅਗਵਾਈ ਵਿੱਚ ਅਕਾਲ ਤਖਤ ਸਾਹਿਬ ਅੰਦਰ ਚਲੇ ਗਏ। ਸਰਕਾਰੀ ਉੱਚ ਅਫਸਰਾਂ ਨੇ ਇਹਨਾਂ ਸਿੰਘਾਂ ਨੂੰ ਬਾਹਰ ਆ ਕੇ ਆਤਮ ਸਮਰਪਣ ਕਰ ਦੇਣ ਦੇ ਆਦੇਸ਼ ਦੇ ਦਿੱਤੇ, ਪਰ ਸਿੰਘਾਂ ਨੇ ਇਹਨਾਂ ਆਦੇਸ਼ਾਂ ਦੀ ਪਾਲਣਾ ਕਰਨ ਤੋਂ ਜਵਾਬ ਦੇ ਦਿੱਤਾ। ਅਖੀਰ ਨੂੰ ਕੁਝ ਅੰਗਰੇਜ਼ ਭਗਤ ਸਿੱਖ ਸਰਦਾਰਾਂ ਤੇ ਗ੍ਰੰਥੀਆਂ ਦੀ ਵਿਚੋਲਗਿਰੀ ਨਾਲ ਨਿਹੰਗ ਸਿੰਘਾਂ ਨੇ ਆਪਣੇ ਆਪ ਨੂੰ ਗ੍ਰਿਫਤਾਰੀ ਲਈ ਪੇਸ਼ ਕਰ ਦਿੱਤਾ। ਇਸ ਦੋਸ਼ ਦੇ ਬਦਲੇ ਵਿੱਚ ਅੰਗਰੇਜ਼ ਹਾਕਮਾਂ ਨੇ ਅਕਾਲੀ ਗੰਗਾ ਸਿੰਘ ਤੇ 3 ਹੋਰਨਾਂ ਸਿੰਘਾਂ ਨੂੰ ਤਾਂ ਤੱਟ-ਫੱਟ 19 ਫਰਵਰੀ 1848 ਦੀ ਸਵੇਰ ਨੂੰ ਲਾਹੌਰ ਦੀ ਜੇਲ੍ਹ ਅੰਦਰ ਫਾਹੇ ਲਾ ਦਿੱਤਾ ਅਤੇ 6 ਹੋਰਨਾਂ ਨੂੰ 7 ਸਾਲ ਦੀ ਬਾਮੁਸ਼ੱਕਤ ਕੈਦ ਸੁਣਾ ਕੇ ਬਰੇਲੀ ਜੇਲ੍ਹ ਵਿੱਚ ਡੱਕ ਦਿੱਤਾ। ਇਸੇ ਹੀ ਤਰ੍ਹਾਂ 1863 ਵਿੱਚ ਪੰਜਾਬ ਰੇਲਵੇ ਦੇ 3 ਹੂੜ-ਮੱਤ ਗੋਰੇ ਮੁਲਾਜ਼ਮਾਂ ਵੱਲੋਂ ਸ਼ਰਾਬ ਦੇ ਨਸ਼ੇ 'ਚ ਧੋ ਕੇ ਦਰਬਾਰ ਸਾਹਿਬ ਦੇ ਅੰਦਰ ਵੜ ਕੇ ਖਰੂਦ ਮਚਾਉਣ ਦੀ ਭੜਕਾਊ ਹਰਕਤ ਵਿਰੁੱਧ ਸਿੱਖ ਪੰਥ ਅੰਦਰ ਇਸ ਕਦਰ ਰੋਸ ਪੈਦਾ ਹੋ ਤੁਰਿਆ ਕਿ ਅੰਗਰੇਜ਼ ਹਕੂਮਤ ਨੂੰ ਨਾ ਸਿਰਫ ਦੋਸ਼ੀਆਂ ਵਿਰੁੱਧ ਫੌਰੀ ਸਖਤ ਕਾਰਵਾਈ ਕਰਨੀ ਪੈ ਗਈ ਸੀ, ਇੱਕ ਗੋਰੇ ਮੁਲਾਜ਼ਮ ਨੂੰ ਤਾਂ ਫੌਰੀ ਨੌਕਰੀ ਤੋਂ ਫਾਰਗ ਕਰਕੇ ਵਾਪਸ ਇੰਗਲੈਂਡ ਤੋਰ ਦਿੱਤਾ ਤੇ ਬਾਕੀਆਂ ਨੂੰ ਸਖਤ ਝਾੜ ਪਾ ਕੇ ਤੇ ਚੇਤਾਵਨੀ ਦੇ ਕੇ ਛੱਡ ਦਿੱਤਾ ਗਿਆ ਸੀ। ਸਗੋਂ ਪੰਜਾਬ ਦੇ ਲੈਫਟੀਨੈਂਟ ਗਵਰਨਰ ਨੂੰ ਇਹ ਸਵੈ ਪੜਚੋਲੀਆ ਬਿਆਨ ਦੇਣਾ ਪਿਆ ਕਿ ਅੰਗਰੇਜ਼ ਲੋਕਾਂ ਦਾ ਅਜਿਹਾ ਗਲਤ ਵਰਤਾਓ ਸਾਡੀ ਕੌਮ ਲਈ ਬਦਨਾਮੀ ਦਾ ਕਾਰਨ ਬਣਦਾ ਹੈ। 1907 ਦਸੰਬਰ ਵਿੱਚ ਦਰਬਾਰ ਸਾਹਿਬ ਦੇ ਤਤਕਾਲੀ ਹੈੱਡ ਗ੍ਰੰਥੀ ਭਾਈ ਹਰਨਾਮ ਸਿੰਘ ਦੀ ਮੌਤ ਉਪਰੰਤ ਜਦ ਪੰਜਾਬ ਦੇ ਬਸਤੀਵਾਦੀ ਪ੍ਰਸ਼ਾਸਨ ਨੇ ਦਰਬਾਰ ਸਾਹਿਬ ਦੇ ਪ੍ਰਬੰਧ ਨੂੰ ਆਪਣੇ ਵੱਧ ਸਿੱਧੇ ਕੰਟਰੋਲ ਹੇਠ ਲੈਣ ਦੇ ਮੰਤਵ ਨਾਲ ਇੱਕ 12 ਸਾਲਾਂ ਦੇ ਛੋਕਰੇ, ਜੋ ਕਿ ਮ੍ਰਿਤਕ ਮਹੰਤ ਹਰਨਾਮ ਸਿੰਘ ਦਾ ਹੀ ਚੇਲਾ ਸੀ, ਨੂੰ ਹੈੱਡ ਗ੍ਰੰਥੀ ਨਾਮਜ਼ਦ ਕਰ ਦਿੱਤਾ, ਤਾਂ ਸਿੱਖ ਜਗਤ ਅੰਦਰ ਬਸਤੀਵਾਦੀ ਹਾਕਮਾਂ ਦੀ ਸਿੱਖ ਮਾਮਲਿਆਂ ਵਿੱਚ ਇਸ ਕਦਰ ਰੜਕਵੀਂ ਦਖਲ ਅੰਦਾਜ਼ੀ ਦੇ ਖਿਲਾਫ ਬਹੁਤ ਹੀ ਤਿੱਖਾ ਪ੍ਰਤੀਕਰਮ ਪੈਦਾ ਹੋ ਤੁਰਿਆ। ਸਿੱਖ ਅਖਬਾਰਾਂ ਤੇ ਰਸਾਲਿਆਂ ਨੇ ਇਸ ਨੂੰ ਸਿੱਖ ਕੌਮ ਲਈ ਇੱਕ ਰੋਹ ਭਰੀ ਚੁਣੌਤੀ ਵਜੋਂ ਲੈਂਦਿਆਂ ਇਸ ਦੇ ਖਿਲਾਫ ਇੱਕ ਵਿਆਪਕ ਮੁਹਿੰਮ ਛੇੜ ਦਿੱਤੀ। ਉਹਨਾਂ ਨੇ ਗੋਰੇ ਹਾਕਮਾਂ ਨੂੰ ਤਾੜਵੀਂ ਚੇਤਾਵਨੀ ਦਿੰਦਿਆਂ ਲਿਖਿਆ ਕਿ ਜਿਸ ਦਰਬਾਰ ਸਾਹਿਬ ਦੀ ਰਾਖੀ ਲਈ ਅਤੀਤ ਵਿੱਚ ਖੂਨ ਦੀਆਂ ਨਦੀਆਂ ਵਹਿ ਗਈਆਂ ਸਨ ਅਤੇ ਜਿਸ ਦੀ ਰੱਖਿਆ ਲਈ ਸਿੱਖਾਂ ਨੇ ਇੰਨੇ ਸਿਰ ਵਾਰੇ ਹਨ ਕਿ ਇਹਨਾਂ ਨਾਲ ਇਸ ਪਾਵਨ ਸਮੂਹ ਦਾ ਸਮੁੱਚਾ ਫਰਸ਼ ਢੱਕਿਆ ਜਾ ਸਕਦਾ ਹੈ, ਸਿੱਖ ਉਸ ਦਰਬਾਰ ਸਾਹਿਬ ਦੀ ਕਿਸੇ ਵੀ ਸੂਰਤ ਅਤੇ ਕਿਸੇ ਵੀ ਸ਼ਕਲ ਵਿੱਚ ਬੇਅਦਬੀ ਬਰਦਾਸ਼ਤ ਨਹੀਂ ਕਰਨਗੇ। 20ਵੀਂ ਸਦੀ ਦੇ ਮੁੱਢਲੇ ਵਰ੍ਹਿਆਂ ਦੌਰਾਨ ਜਦ ਸਿੱਖ ਜਗਤ ਅੰਦਰ ਰਾਜਸੀ ਜਾਗਰਤੀ ਦੀ ਲਹਿਰ ਦਾ ਆਗਾਜ਼ ਹੋ ਗਿਆ ਸੀ, ਤਾਂ ਸਿੱਖ ਵਿਦਵਾਨਾਂ ਤੇ ਪ੍ਰਚਾਰਕਾਂ ਨੇ ਸਿੱਖ ਜਨਤਾ ਨੂੰ ਦਰਬਾਰ ਸਾਹਿਬ ਦੇ ਵਿਸ਼ੇਸ਼ ਮਹੱਤਵ ਤੇ ਇਸ ਦੀ ਨਿਆਰੀ ਹਸਤੀ ਬਾਰੇ ਜਾਗਰੂਕ ਕਰਨ ਦੇ ਉਚੇਚੇ ਮੰਤਵ ਨਾਲ
ਸ੍ਰੀ ਦਰਬਾਰ ਸਾਹਿਬ ਦੀ ਸ਼ਾਨ ਤੇ ਮਾਣ ਮਰਜ਼ਾਦਾ ਦੀ ਰਾਖੀ ਲਈ ਅਤੀਤ ਅੰਦਰ ਸਿੱਖ ਕੌਮ ਦੁਆਰਾ ਕੀਤੀਆਂ ਗਈਆਂ ਬੇਸ਼ੁਮਾਰ ਕੁਰਬਾਨੀਆਂ ਦੇ ਇਤਿਹਾਸ ਨੂੰ ਉਚੇਚੇ ਤੌਰ ਤੇ ਚਿਤਾਰਿਆ ਤੇ ਉਭਾਰਿਆ। ਸਿੱਖਾਂ ਨੂੰ ਵਾਰ-ਵਾਰ ਇਸ ਗੱਲ ਦਾ ਚੇਤਾ ਕਰਵਾਇਆ ਜਾਂਦਾ ਰਿਹਾ ਕਿ ਉਹ ਪਵਿੱਤਰ ਪੌੜ ਜੋ ਸੰਗਮਰਮਰ ਨਾਲ ਹੁਣ ਫੱਬ ਰਹੇ ਹਨ, ਔਰ ਜਿੱਥੇ ਅਸੀਂ ਗੱਪਾਂ ਮਾਰਦੇ ਟਹਿਲਦੇ ਹਾਂ, ਉਹ ਸੈਂਕੜੇ ਵਾਰ ਸਿੱਖਾਂ ਦੇ ਪਵਿੱਤਰ ਲਹੂਆਂ ਨਾਲ ਰੰਗੇ ਗਏ। ਜਿਤਨੇ ਸਿੱਖਾਂ ਦੇ ਸੀਸ ਸ੍ਰੀ ਦਰਬਾਰ ਸਾਹਿਬ ਦੀ ਰਾਖੀ ਤੇ ਲੱਗੇ ਹਨ, ਜੇ ਸਾਰੇ ਇਕੱਠੇ ਕਰਕੇ ਪਰਕਰਮਾਂ ਵਿੱਚ ਬੀੜ ਕੇ ਰੱਖੀਏ ਤਾਂ ਫਿਰ ਵੀ ਪਤਾ ਨਹੀਂ ਸਮਾ ਸਕਣ ਕਿ ਨਹੀਂ। ਇਹੀ ਹੀ ਉਹ ਸਮਾਂ ਸੀ ਜਦੋਂ ਅਲਬੇਲੇ ਕਵੀ ਪੂਰਨ ਸਿੰਘ ਨੇ ਆਪਣੇ ਅਬਰਿੱਠ ਅੰਦਾਜ਼ ਵਿੱਚ ਸਿੱਖਾਂ ਨੂੰ ਇਹ ਪਿਆਰੀ ਤਾਕੀਦ ਕੀਤੀ ਸੀ ਕਿ ਅੰਮ੍ਰਿਤਸਰ ਸਰੋਵਰ ਦੀ ਪਰਿਕਰਮਾ ਕਰਨ ਵੇਲੇ ਸਲੈਬਾਂ ਉੱਤੇ ਸੰਭਲ ਕਦਮ ਰੱਖੋ। ਹਰ ਇੱਕ ਸਲੈਬ ਹੇਠਾਂ ਸੈਂਕੜੇ ਸ਼ਹੀਦ ਸਿੰਘਾਂ ਦੇ ਸਿਰ ਹਨ। ਗੁਰਦੁਆਰਾ ਸੁਧਾਰ ਲਹਿਰ ਦੇ ਦੌਰਾਨ ਇਹ ਗੱਲ ਵਾਰ-ਵਾਰ ਚਿਤਾਰੀ ਜਾਂਦੀ ਰਹੀ ਕਿ ਦਰਬਾਰ ਸਾਹਿਬ ਵਿੱਚ ਲੱਗੀਆਂ ਹੋਈਆਂ ਇੱਟਾਂ ਨਾਲੋਂ ਸ਼ਹੀਦ ਸਿੰਘਾਂ ਦੇ ਸਿਰ ਵੱਧ ਲੱਗੇ ਹਨ। ਸੰਸਾਰ ਇਤਿਹਾਸ ਅੰਦਰ ਸ਼ਾਇਦ ਹੀ ਕੋਈ ਹੋਰ ਸਮਾਰਕ ਹੋਵੇ ਜਿਸ ਦੇ ਲਈ ਕਿਸੇ ਕੌਮ ਨੇ ਇੰਨੀਆਂ ਭਾਰੀ ਕੁਰਬਾਨੀਆਂ ਦਿੱਤੀਆਂ ਹੋਣ। ਸੰਸਾਰ ਇਤਿਹਾਸ ਅੰਦਰ ਸ਼ਾਇਦ ਹੀ ਕੋਈ ਹੋਰ ਕੌਮ ਹੋਵੇ ਜਿਸ ਨੇ ਆਪਣੇ ਗੁਰੂਆਂ ਦੇ ਸਨਮਾਨ ਤੇ ਗੌਰਵ ਨੂੰ ਬਰਕਰਾਰ ਰੱਖਣ ਲਈ ਇਸ ਕਦਰ ਸਦੀਆਂ ਤੱਕ ਲਗਾਤਾਰ ਸ਼ਹਾਦਤਾਂ ਦੀ ਝੜੀ ਲਾਈ ਰੱਖੀ ਹੋਵੇ। ਲੇਖਕ ਸਰਦਾਰ ਅਜਮੇਰ ਸਿੰਘ, ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।